ਹੈਲੋ ਮਾਈ ਡੀਅਰ ਸਟੂਡੈਂਟਸ, ਵੈਲਕਮ ਟੂ CBC ਇੰਸਟੀਟਿਊਟ। ਮੈਂ ਮੋਹਿਤ ਢਿੰਗਰਾ। ਆਪਾਂ ਡਿਸਕਸ ਕਰ ਰਹੇ ਸੀ ਪੰਜਾਬ ਪਟਵਾਰੀ ਦੀ ਇੰਪੋਰਟੈਂਟ ਸੀਰੀਜ਼ ਨੂੰ। ਅੱਜ ਆਪਾਂ ਡਿਸਕਸ ਕਰਾਂਗੇ ਪਾਰਟ 6। ਇਸ ਤੋਂ ਪਹਿਲਾਂ ਆਪਾਂ ਪਾਰਟ 5 ਤੱਕ ਡਿਸਕਸ ਕਰ ਚੁੱਕੇ ਹਾਂ। ਤਾਂ ਪੰਜਾਬ ਪਟਵਾਰੀ ਦੇ ਵਿੱਚ ਜੋ ਵੀ ਆਪਾਂ ਨੂੰ ਜਨਰਲ ਨੌਲੇਜ ਦਾ ਸੈਕਸ਼ਨ ਆਊਗਾ, ਜਿਹਦੇ ਵਿੱਚ ਆਪਾਂ ਨੂੰ 15 ਤੋਂ ਲੈ ਕੇ 20 ਕੁਐਸਚਨ ਪੁੱਛੇ ਜਾਣਗੇ, ਤਾਂ ਉਹਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੂੰ ਆਪਾਂ ਸੀਰੀਜ਼ ਦੇ ਵਿੱਚ ਕਵਰ ਕੀਤਾ। ਆਈ ਹੋਪ ਤੁਸੀਂ ਵੀ ਇਹਨਾਂ ਸੀਰੀਜ਼ ਨੂੰ ਦੇਖ ਰਹੇ ਹੋਗੇ, ਕੁਐਸਚਨਸ ਨੂੰ ਯਾਦ ਕਰ ਰਹੇ ਹੋਗੇ, ਹੈ ਨਾ। ਤਾਂ ਅੱਛਾ ਸਕੋਰ ਆਪਾਂ ਇਸ ਪੇਪਰ ਦੇ ਵਿੱਚ ਸਕੋਰ ਕਰਨਾ ਹੈ। ਉਹਦੇ ਲਈ ਆਪਾਂ ਅੱਛਾ ਜੇ ਕੰਟੈਂਟ ਪੜ੍ਹਾਂਗੇ, ਅੱਛਾ ਜੇ ਆਪਾਂ ਪੜ੍ਹਾਂਗੇ ਤਾਂ ਹੀ ਆਪਾਂ ਅੱਛਾ ਸਕੋਰ ਕਰਾਂਗੇ। ਤਾਂ ਬਹੁਤ ਹੀ ਬੈਸਟ ਕੁਐਸਚਨਸ ਮੈਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਕੁਐਸਚਨਸ ਤੁਹਾਨੂੰ ਜ਼ਰੂਰ ਐਗਜ਼ਾਮ 'ਚ ਮਿਲਣਗੇ, ਅਤੇ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਜੋ ਵੀ ਐਕਸਪਲੇਨੇਸ਼ਨ ਦੇ ਰਿਹਾ, ਜੋ ਵੀ ਤੁਹਾਨੂੰ ਹੋਰ ਦੱਸ ਰਹੇ, ਉਹ ਚੀਜ਼ਾਂ ਤੁਸੀਂ ਨਾਲ ਨਾਲ ਕਾਪੀ ਪੈਨ ਲੈ ਕੇ ਨੋਟ ਕਰ ਲੈਣੀਆਂ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਫਸਟ ਕੁਐਸਚਨ ਪਾਰਟ 6 ਦਾ। The biggest planet in the solar system is, फर्स्ट क्वेश्चन है, the biggest planet in the solar system। अपने सोलर सिस्टम ਦੇ ਟੋਟਲ ਪਲੈਨਟਸ ਹੁਣ ਕਿੰਨੇ ਜੀ? 8, ਜਿਨ੍ਹਾਂ ਦੇ ਨਾਮ ਹੈ ਮਰਕਰੀ, ਵੀਨਸ, ਅਰਥ, ਮਾਰਸ, ਜੂਪੀਟਰ, ਸੈਚਰਨ, ਯੂਰੇਨਸ ਐਂਡ ਨੈਪਚੂਨ। ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਬਿਗੇਸਟ ਪਲੈਨਟ ਹੈ ਉਹ ਸੈਕੰਡ ਆਪਸ਼ਨ ਆਨਸਰ ਹੈ ਜੂਪੀਟਰ। ਜੂਪੀਟਰ ਸਭ ਤੋਂ ਕੀ ਹੈ ਜੀ? ਬਿਗੇਸਟ ਪਲੈਨਟ। ਵੈਰੀ ਇੰਪੋਰਟੈਂਟ ਕੁਐਸਚਨ। ਤਾਂ ਜੂਪੀਟਰ ਸਭ ਤੋਂ ਬਿਗੇਸਟ ਪਲੈਨਟ ਹੈ। ਜੇ ਆਪਾਂ ਨੂੰ ਪੁੱਛ ਲੈਣ ਵੀ ਸਭ ਤੋਂ ਸੈਕਿੰਡ ਲਾਰਜੈਸਟ ਕਿਹੜਾ, ਜੂਪੀਟਰ ਦਾ ਬਿਗੇਸਟ ਪਲੈਨਟ ਹੈ। ਸੈਕਿੰਡ ਬਿਗੇਸਟ ਜਾਂ ਸੈਕਿੰਡ ਲਾਰਜੈਸਟ ਕਿਹੜਾ, ਉਹਦਾ ਆਨਸਰ ਹੈ ਜੀ ਸੈਚਰਨ। ਤਾਂ ਜਿਹੜੀ ਤੁਹਾਡੀ ਸੀ ਆਪਸ਼ਨ ਪਈ ਹੈ ਸੈਚਰਨ, ਇਹ ਕੀ ਹੈ ਜੀ? ਸੈਕਿੰਡ ਲਾਰਜੈਸਟ ਪਲੈਨਟ। ਵੀਨਸ 'ਤੇ ਆਪਾਂ ਨੂੰ ਇਹ ਕੁਐਸਚਨ ਆ ਸਕਦਾ ਹੈ, ਵੀਨਸ ਇਜ਼ ਦਾ ਬ੍ਰਾਈਟੈਸਟ ਪਲੈਨਟ। ਸਭ ਤੋਂ ਜ਼ਿਆਦਾ ਚਮਕਦਾਰ ਪਲੈਨਟ ਕਿਹੜਾ ਜੀ? ਵੀਨਸ, ਬ੍ਰਾਈਟੈਸਟ ਪਲੈਨਟ। ਦੂਸਰਾ, ਵੀਨਸ ਨੂੰ ਹੋਰ ਕੀ ਬੋਲਿਆ ਜਾਂਦਾ ਹੈ? ਇਹਨੂੰ ਮੋਰਨਿੰਗ ਸਟਾਰ ਵੀ ਬੋਲਿਆ ਜਾਂਦਾ, ਮੋਰਨਿੰਗ ਸਟਾਰ। ਤੀਸਰਾ, ਇਹਨੂੰ ਈਵਨਿੰਗ ਸਟਾਰ ਵੀ ਬੋਲਿਆ ਜਾਂਦਾ। ਸੈਚਰਨ 'ਤੇ ਕੁਐਸਚਨ ਹੋਰ ਆ ਸਕਦਾ ਹੈ, ਸੈਚਰਨ ਦੇ ਰਾਊਂਡਸ ਕੀ ਹੈ? ਰਿੰਗਸ ਹੈ। ਕਿਸ ਚੀਜ਼ ਦੀ ਬਣੀ ਹੈ? ਉਹ ਡਸਟ ਪਾਰਟੀਕਲਸ ਦੀਆਂ, ਆਈਸ ਦੀਆਂ ਰਿੰਗਸ। ਐਂਡ ਉਹ ਰਿੰਗਸ ਨੂੰ ਸਭ ਤੋਂ ਪਹਿਲਾਂ ਡਿਸਕਵਰ ਕਿੰਨੇ ਕੀਤਾ, ਇਹ ਵੀ ਕੁਐਸਚਨ ਆਉਂਦਾ ਹੈ। ਰਿੰਗਸ ਵਰ ਡਿਸਕਵਰਡ ਬਾਏ ਗੈਲੀਲੀਓ ਗੈਲੀਲੀ। ਗੈਲੀਲੀਓ ਗੈਲੀਲੀ। ਚਲਦੇ ਸੈਕਿੰਡ ਕੁਐਸਚਨ ਦੇ। ਦ ਸਟੇਟ ਵਿਚ ਇਜ਼ ਨੋਨ ਐਜ਼ ਗ੍ਰੀਨਰੀ ਆਫ ਇੰਡੀਆ। ਕਿਹੜੀ ਸਟੇਟ ਆ ਉਹ, ਕਿਹੜਾ ਰਾਜ ਹੈ ਜਿਹਨੂੰ ਗ੍ਰੀਨਰੀ ਆਫ ਇੰਡੀਆ ਕਿਹਾ ਜਾਂਦਾ ਹੈ? ਇੰਡੀਆ ਦਾ ਅਨਾਜ ਘਰ ਕਿਹਾ ਜਾਂਦਾ ਹੈ, ਜਾਂ ਫਿਰ ਉਹਨੂੰ ਆਪਾਂ ਬ੍ਰੈਡ ਬਾਸਕਿਟ ਆਫ ਇੰਡੀਆ ਵੀ ਕਹਿ ਸਕਦੇ ਹਾਂ। ਬ੍ਰੈਡ ਬਾਸਕਿਟ ਆਫ ਇੰਡੀਆ। ਤਾਂ ਦੋ ਕੁਐਸਚਨ ਬਣ ਸਕਦੇ ਆ, ਗ੍ਰੀਨਰੀ ਆਫ ਇੰਡੀਆ ਜਾਂ ਫਿਰ ਬ੍ਰੈਡ ਬਾਸਕਿਟ ਆਫ ਇੰਡੀਆ। ਇਹਦਾ ਆਨਸਰ ਹੈ ਜੀ, ਇਹਦਾ ਆਨਸਰ ਹੈ ਫੋਰਥ ਆਪਸ਼ਨ ਪੰਜਾਬ। ਵੈਰੀ ਇੰਪੋਰਟੈਂਟ। ਤਾਂ ਪੰਜਾਬ ਨੂੰ ਕੀ ਬੋਲਿਆ ਜਾਂਦਾ ਹੈ? ਗ੍ਰੀਨਰੀ ਆਫ ਇੰਡੀਆ ਜਾਂ ਫਿਰ ਵੀਟ ਬਾਸਕਿਟ ਆਫ ਇੰਡੀਆ। ਪੰਜਾਬ ਅਤੇ ਹਰਿਆਣਾ ਦੀ ਕੈਪੀਟਲ ਕਾਮਨ ਹੀ ਹੈ ਜੀ। ਪੰਜਾਬ ਅਤੇ ਹਰਿਆਣਾ ਦੋਨਾਂ ਦੀ ਕੈਪੀਟਲ ਕੀ ਹੈ? ਚੰਡੀਗੜ੍ਹ। ਅਤੇ ਚੰਡੀਗੜ੍ਹ 'ਤੇ ਆਪਾਂ ਨੂੰ ਕੀ ਕੁਐਸਚਨ ਆ ਸਕਦਾ ਵੀ ਚੰਡੀਗੜ੍ਹ ਨੂੰ ਕਿਹਨੇ ਡਿਜ਼ਾਈਨ ਕੀਤਾ ਸੀ? ਚੰਡੀਗੜ੍ਹ ਵਾਜ਼ ਡਿਜ਼ਾਈਨ ਬਾਏ ਲੀ ਕਾਰਬੂਜ਼ੀਅਰ। ਵੈਰੀ ਇੰਪੋਰਟੈਂਟ। ਚੰਡੀਗੜ੍ਹ ਵਾਜ਼ ਡਿਜ਼ਾਈਨ ਬਾਏ ਲੀ ਕਾਰਬੂਜ਼ੀਅਰ। ਯੂਪੀ ਦੀ ਕੈਪੀਟਲ ਆਪਾਂ ਯਾਦ ਰੱਖਣੀ ਹੈ। ਯੂਪੀ ਦੀ ਕੈਪੀਟਲ ਹੈ ਜੀ ਲਖਨਊ। ਵੈਰੀ ਇੰਪੋਰਟੈਂਟ। ਲਖਨਊ ਇਹਨੂੰ ਯਾਦ ਕਿਵੇਂ ਰੱਖਣਾ? ਯੂਪੀ ਮਤਲਬ ਉੱਤਰ ਪ੍ਰਦੇਸ਼। ਉੱਤਰ ਆਪਾਂ ਨੂੰ ਐਗਜ਼ਾਮ ਦੇ ਵਿੱਚ ਕਦੋਂ ਆਉਂਦੇ ਹੋਣਗੇ? ਜਦੋਂ ਆਪਣਾ ਲੱਕ ਅੱਛਾ ਹੋਊਗਾ। ਇੱਦਾਂ ਆਪਾਂ ਯਾਦ ਰੱਖਣਾ ਉੱਤਰ ਪ੍ਰਦੇਸ਼। ਅਤੇ ਉੱਤਰ ਪ੍ਰਦੇਸ਼ ਨੂੰ ਹੋਰ ਕੀ ਬੋਲਿਆ ਜਾਂਦਾ ਹੈ? ਉੱਤਰ ਪ੍ਰਦੇਸ਼ ਨੂੰ ਬੋਲਦੇ ਸ਼ੂਗਰ ਬਾਊਲ ਆਫ ਇੰਡੀਆ। ਸ਼ੂਗਰ ਬਾਊਲ ਆਫ ਇੰਡੀਆ। ਵੈਰੀ ਇੰਪੋਰਟੈਂਟ। ਸ਼ੂਗਰ ਬਾਊਲ ਆਫ ਇੰਡੀਆ ਬੋਲਦੇ ਯੂਪੀ ਨੂੰ। ਅਤੇ ਜੇ ਆਪਾਂ ਨੂੰ ਕੁਐਸਚਨ ਆਵੇ ਸ਼ੂਗਰ ਬਾਊਲ ਆਫ ਵਰਲਡ, ਦੁਨੀਆ ਦਾ ਸ਼ੂਗਰ ਬਾਊਲ ਕਿਹਨੂੰ ਬੋਲਦੇ? ਬੋਲਦੇ ਕਿਊਬਾ। ਕਿਊਬਾ ਇੱਕ ਕੰਟਰੀ ਹੈ। ਸ਼ੂਗਰ ਦੇ ਜਿਹੜੇ ਕਿਊਬਸ ਹੁੰਦੇ ਉਸ ਤੋਂ ਯਾਦ ਰੱਖ ਸਕਦੇ ਹੋ ਕਿਊਬਾ। ਕਿਊਬਾ ਦੀ ਕੈਪੀਟਲ ਵੀ ਯਾਦ ਰੱਖਣੀ ਹੈ ਹਵਾਨਾ। ਹਵਾਨਾ। ਕਿਊਬਾ ਦੀ ਕੈਪੀਟਲ ਹੈ ਹਵਾਨਾ। ਉਸ ਤੋਂ ਇਲਾਵਾ ਕੇਰਲ ਦੀ ਕੈਪੀਟਲ ਹੈ ਜੀ ਥਿਰੂਵਨੰਤਪੁਰਮ। ਥਿਰੂਵਨੰਤਪੁਰਮ। ਕੈਪੀਟਲਸ ਆਪਾਂ ਜ਼ਰੂਰ ਯਾਦ ਰੱਖਣੀਆਂ। ਕੇਰਲ ਦੀ ਥਿਰੂਵਨੰਤਪੁਰਮ। ਕੇਰਲ ਦਾ ਵੀ ਇੱਕ ਨਿਕਨੇਮ ਹੈ। ਕੇਰਲ ਨੂੰ ਕੀ ਬੋਲਿਆ ਜਾਂਦਾ ਹੈ? ਸਪਾਈਸ ਗਾਰਡਨ ਆਫ ਇੰਡੀਆ। ਵੈਰੀ ਇੰਪੋਰਟੈਂਟ। ਸਪਾਈਸ ਗਾਰਡਨ ਆਫ ਇੰਡੀਆ ਕੇਰਲ ਨੂੰ ਬੋਲਿਆ ਜਾਂਦਾ। ਚਲਦੇ ਜੀ ਥਰਡ ਕੁਐਸਚਨ 'ਤੇ। ਥਰਡ ਕੁਐਸਚਨ ਕੀ ਹੈ? ਸੀ ਵਾਟਰ ਇਜ਼ ਸੋਲਟੀਅਰ ਦੈਨ ਰੇਨ ਵਾਟਰ ਬਿਕੋਜ਼, ਜਿਹੜਾ ਸਮੁੰਦਰ ਦਾ ਪਾਣੀ ਹੈ ਉਹ ਕੀ ਹੈ? ਰੇਨ ਵਾਟਰ ਨਾਲੋਂ ਕੀ ਹੁੰਦਾ? ਜ਼ਿਆਦਾ ਖਾਰਾ ਹੁੰਦਾ, ਸੋਲਟੀਅਰ ਹੁੰਦਾ। ਕਿਉਂ ਹੁੰਦਾ? ਇਹਦਾ ਸੀ ਆਪਸ਼ਨ ਕਰੈਕਟ ਆਨਸਰ ਹੈ ਬਿਕੋਜ਼ ਰੀਵਰਸ ਵਾਸ਼ ਅਵੇ ਸੋਲਟਸ ਫਰੋਮ ਦਾ ਅਰਥ ਐਂਡ ਪੋਰ ਦੈਮ ਇਨਟੂ ਦਾ ਸੀ। ਆਪਾਂ ਨੂੰ ਪਤਾ ਹੀ ਹੈ ਜੀ, ਜਿਹੜੀ ਵੀ ਸਾਰੀ ਨਦੀਆਂ ਉਹ ਸਾਰੀ ਨਦੀਆਂ ਆਪਣਾ ਪਾਣੀ ਕਿਹਦੇ ਵਿੱਚ ਮਿਲਾ ਦਿੰਦੀਆਂ? ਸੀ 'ਚ ਮਿਲਾ ਦਿੰਦੀਆਂ। ਉਹ ਨਦੀਆਂ ਕੀ ਕਰਦੀਆਂ? ਸਾਰਾ ਜਿਹੜਾ ਵੀ ਅਰਥ ਤੋਂ, ਪ੍ਰਿਥਵੀ ਤੋਂ, ਉਹਨਾਂ ਧਰਤੀ ਤੋਂ ਜਿਹੜਾ ਨਮਕ ਹੁੰਦਾ ਉਹਨੂੰ ਇਕੱਠਾ ਕਰਕੇ ਕਿਹਦੇ ਵਿੱਚ ਇਨਸਰਟ ਕਰਦੀ ਰਹਿੰਦੀਆਂ? ਸੀ ਦੇ ਵਿੱਚ।
ਕਿਉਂਕਿ ਨਦੀਆਂ ਦੇ ਅਰਾਊਂਡ ਆਸ-ਪਾਸ ਕੀ ਹੁੰਦੇ ਨੇ, ਪਹਾੜ ਹੁੰਦੇ ਨੇ, ਉਹ ਪਹਾੜਾਂ ਦੇ ਵਿੱਚ ਵੀ ਕੀ ਹੁੰਦਾ, ਨਮਕ ਹੁੰਦਾ, ਉਹਨਾਂ ਦੀ ਇੱਦਾਂ ਦੀ ਸਟਰਕਚਰ ਹੁੰਦੀ ਹੈ। ਤਾਂ ਬਹੁਤ ਲੰਬਾ ਪ੍ਰੋਸੈਸ ਹੈ, ਧੀਰੇ ਧੀਰੇ ਨਮਕ ਕੀ ਹੈ ਸਮੁੰਦਰ ਦੇ ਵਿੱਚ ਜਮ੍ਹਾਂ ਹੁੰਦਾ ਰਹਿੰਦਾ। ਤਾਂ ਇਹਦਾ ਸੀ ਕਰੈਕਟ ਆਨਸਰ ਹੈ। ਵੈਸੇ ਵੀ ਆਪਾਂ ਯਾਦ ਰੱਖਣਾ ਕਿਹਦਾ ਪਾਣੀ ਜ਼ਿਆਦਾ ਖਾਰਾ ਹੋਊਗਾ, ਸੀ ਵਾਟਰ ਜ਼ਿਆਦਾ ਖਾਰਾ ਹੋਊਗਾ ਐਜ਼ ਕੰਪੇਅਰ ਟੂ ਰੇਨ ਵਾਟਰ। ਇਹ ਕੁਐਸਚਨ ਆਪਾਂ ਨੂੰ ਇਹ ਆ ਸਕਦਾ, ਵਰਲਡ ਦੀ ਸਭ ਤੋਂ ਸੋਲਟੀਐਸਟ ਬੋਡੀ ਕਿਹੜੀ ਹੈ? ਵਰਲਡਸ ਸੋਲਟੀਐਸਟ ਵਾਟਰ ਬੋਡੀ, ਮਤਲਬ ਦੁਨੀਆ ਦੀ ਸਭ ਤੋਂ ਖਾਰੇ ਪਾਣੀ ਦੀ ਵਾਟਰ ਬੋਡੀ ਦਾ ਕੀ ਨਾਮ ਹੈ? ਕਿਹੜੇ ਸਮੁੰਦਰ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਨਮਕ ਹੈ? ਉਸ ਸਮੁੰਦਰ ਦਾ ਨਾਮ ਹੈ ਜੀ ਡੈਡ ਸੀ। ਵੈਰੀ ਇੰਪੋਰਟੈਂਟ, ਮ੍ਰਿਤ ਸਾਗਰ ਇਹਨੂੰ ਬੋਲਦੇ, ਡੈਡ ਸੀ। ਅਤੇ ਮੰਨਿਆ ਜਾਂਦਾ ਵੀ ਇਹਦੇ ਵਿੱਚ ਇੰਨਾ ਜ਼ਿਆਦਾ ਨਮਕ ਹੈ ਵੀ ਇਹਦੇ ਵਿੱਚ ਕੋਈ ਵੀ ਜੀ ਨਹੀਂ ਸਕਦਾ ਅਤੇ ਇਹਦੇ ਵਿੱਚ ਕੋਈ ਵੀ ਡੁੱਬ ਵੀ ਨਹੀਂ ਸਕਦਾ। ਤਾਂ ਡੈਡ ਸੀ ਵਰਲਡ ਸੋਲਟੀਐਸਟ ਵਾਟਰ ਬੋਡੀ ਹੈ, ਇਹ ਆਪਾਂ ਯਾਦ ਰੱਖਣਾ, ਜਿਸ 'ਚ ਸਭ ਤੋਂ ਜ਼ਿਆਦਾ ਨਮਕ ਹੈ। ਚਲਦੇ ਹਾਂ ਜੀ ਫੋਰਥ ਕੁਐਸਚਨ 'ਤੇ। ਵਿਚ ਆਫ ਦਾ ਫੋਲੋਇੰਗ ਰਿਵਰਸ ਓਰੀਜੀਨੇਟਸ ਫਰੋਮ ਟਰਾਂਸ ਹਿਮਾਲਿਆਸ? ਵੈਰੀ ਇੰਪੋਰਟੈਂਟ। ਦੇਖੋ ਹਿਮਾਲਿਆ ਤੋਂ ਉੱਪਰ ਵੀ ਇੱਕ ਹਿੱਸਾ ਹੈ, ਉਹਨੂੰ ਆਪਾਂ ਟਰਾਂਸ ਹਿਮਾਲਿਆਸ ਬੋਲ ਦਿੰਦੇ ਹਾਂ। ਹਿਮਾਲਿਆਸ ਤੋਂ ਵੀ ਉੱਪਰ ਹੈ, ਕਾਫੀ ਅੱਪਰ ਪਾਰਟ ਨੂੰ ਬੋਲ ਦਿੰਦੇ ਟਰਾਂਸ ਹਿਮਾਲਿਆਸ। ਇਹਦੇ ਵਿੱਚੋਂ ਕਿਹੜੀ ਨਦੀ ਨਿਕਲਦੀ ਹੈ? ਤਾਂ ਇਹ ਆਪਸ਼ਨ ਕਰੈਕਟ ਆਨਸਰ ਹੈ, ਸਿੰਧੂ ਜਾਂ ਫਿਰ ਇੰਡਸ। ਤਾਂ ਮੇਨ ਤੁਸੀਂ 3 ਨਦੀਆਂ ਯਾਦ ਰੱਖਣੀਆਂ, ਇੰਡਸ ਹੋ ਗਿਆ, ਦੂਸਰਾ ਹੋ ਗਿਆ ਸਤਲੁਜ, ਤੀਸਰਾ ਹੋ ਗਿਆ ਬ੍ਰਹਮਪੁੱਤਰਾ। ਇਹ ਤਿੰਨੋਂ ਹੀ ਨਦੀਆਂ ਕਿੱਥੋਂ ਨਿਕਲਦੀਆਂ? ਟਰਾਂਸ ਹਿਮਾਲਿਆਸ ਤੋਂ ਨਿਕਲਦੀਆਂ। ਤਾਂ ਅਵੇਲੇਬਲ ਆਪਸ਼ਨ ਆਪਣੇ ਕੋਲ ਸਿੰਧੂ ਹੈ ਯਾਨੀ ਕਿ ਇੰਡਸ ਹੈ, ਤਾਂ ਆਪਣਾ ਆਨਸਰ ਹੋ ਜਾਊਗਾ ਇੰਡਸ। ਉਸ ਤੋਂ ਇਲਾਵਾ ਸੀ ਆਪਸ਼ਨ ਹੈ ਜਿਹੜੀ ਗੰਗਾ। ਗੰਗਾ 'ਤੇ ਆਪਾਂ ਨੂੰ ਕੁਐਸਚਨ ਆਊਗਾ, ਗੰਗਾ ਇਜ਼ ਦਾ ਲੌਂਗੈਸਟ ਰਿਵਰ ਆਫ ਇੰਡੀਆ। ਵੈਰੀ ਇੰਪੋਰਟੈਂਟ, ਇੰਡੀਆ ਦੀ ਸਭ ਤੋਂ ਲੰਬੀ ਨਦੀ, ਲੌਂਗੈਸਟ ਲੰਬੀ ਨਦੀ ਕਿਹੜੀ ਹੈ ਜੀ? ਗੰਗਾ। ਅਤੇ ਇੰਡੀਆ ਦੀ ਪਵਿੱਤਰ ਨਦੀ ਵੀ ਹੈ ਸਭ ਤੋਂ, ਸੈਕਰਡ ਰਿਵਰ, ਕਾਫੀ ਜ਼ਿਆਦਾ ਪੂਜਿਆ ਜਾਂਦਾ ਇਸ ਨਦੀ ਨੂੰ। ਸੈਕਰਡ ਰਿਵਰ ਕਿਹੜੀ ਹੈ ਜੀ? ਗੰਗਾ, ਹੈ ਨਾ। ਦੇਖੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ, ਛੋਟੀ ਜਿਹੀ ਗੱਲ ਦੱਸਦਾ। ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਵੀ ਫਾਂਸੀ ਦੇਣਾ ਬਹੁਤ ਹੀ ਮੁਸ਼ਕਿਲ ਕੰਮ ਹੈ ਨਾ, ਕਿਸੇ ਬਹੁਤ ਹੀ ਜ਼ਿਆਦਾ ਮੁਸ਼ਕਿਲ ਨਾਲ ਕਿਸੇ ਨੂੰ ਫਾਂਸੀ ਮਿਲਦੀ ਹੈ। ਤਾਂ ਜਦੋਂ ਵੀ ਇੰਡੀਆ 'ਚ ਕਿਸੇ ਨੂੰ ਫਾਂਸੀ ਮਿਲਦੀ ਹੈ ਨਾ, ਉਸ ਤੋਂ ਪਹਿਲਾਂ ਕੀ ਹੁੰਦਾ ਹੈ, ਜਿਹੜੇ ਪਰਸਨ ਨੂੰ ਫਾਂਸੀ ਦੇਣੀ ਹੁੰਦੀ ਹੈ ਉਸ ਪਰਸਨ ਦੇ ਵੇਟ ਤੋਂ 1.5 ਗੁਣਾ ਜ਼ਿਆਦਾ ਇੱਕ ਲੱਕੜ ਦਾ ਪੁਤਲਾ ਬਣਾਇਆ ਜਾਂਦਾ, ਪਹਿਲਾਂ ਉਹਨੂੰ ਫਾਂਸੀ ਦਿੱਤੀ ਜਾਂਦੀ ਹੈ ਅਤੇ ਉਸ ਦਾ ਨਾਮ ਰੱਖਿਆ ਜਾਂਦਾ ਜੀ ਗੰਗਾ ਰਾਮ। ਗੰਗਾ ਰਾਮ, ਗੰਗਾ ਰਾਮ ਉਹਨੂੰ ਤਾਂ ਹੀ ਕਹਿੰਦੇ ਬਿਕੋਜ਼ ਰਾਮ, ਅਤੇ ਰਾਮ ਆਪਾਂ ਨੂੰ ਪਤਾ ਹੀ ਹੈ ਜਦੋਂ ਕਿਸੇ ਡੈਥ ਹੋ ਜਾਂਦੀ ਹੈ ਉਸ ਚੀਜ਼ ਦਾ ਮੋਕਸ਼ ਜਾਂ ਫਿਰ ਪ੍ਰਾਪਤੀ ਲਈ ਰਾਮ ਜੀ ਦਾ ਨਾਮ ਲਿੱਤਾ ਜਾਂਦਾ ਹੈ। ਅਤੇ ਗੰਗਾ ਆਪਣੇ ਇੰਡੀਆ ਦੀ ਸੈਕਰਡ ਰਿਵਰ ਹੈ ਨਾ। ਤਾਂ ਕਾਫੀ ਜ਼ਿਆਦਾ ਯੂਜ਼ ਹੈ ਗੰਗਾ ਦਾ, ਕਾਫੀ ਜ਼ਿਆਦਾ ਇੰਪੋਰਟੈਂਟ ਇੰਡੀਆ 'ਚ ਇਹ ਰਿਵਰ ਮੰਨੀ ਜਾਂਦੀ ਹੈ ਅਤੇ ਕਾਫੀ ਪਵਿੱਤਰ ਨਦੀ ਹੈ ਗੰਗਾ। ਇਸ ਤੋਂ ਇਲਾਵਾ ਯਮੁਨਾ, ਯਮੁਨਾ 'ਤੇ ਆਪਾਂ ਨੂੰ ਕੁਐਸਚਨ ਇਹ ਆਊਗਾ, ਯਮੁਨਾ ਵੀ ਵੈਸੇ ਗੰਗਾ ਦੇ ਟ੍ਰਿਬਿਊਟਰੀ ਹੈ, ਸਹਾਇਕ ਨਦੀ ਹੈ। ਅਤੇ ਯਮੁਨਾ 'ਤੇ ਕੁਐਸਚਨ ਆਊਗਾ ਵੀ ਜਿਹੜੀ ਆਪਣੀ ਕੈਪੀਟਲ ਹੈ ਦਿੱਲੀ, ਉਹ ਕਿਹੜੀ ਨਦੀ ਦੇ ਕਿਨਾਰੇ ਹੈ? ਉਹ ਹੈ ਜੀ ਯਮੁਨਾ ਦੇ ਕਿਨਾਰੇ। ਵੈਰੀ ਇੰਪੋਰਟੈਂਟ ਕੁਐਸਚਨ। ਚਲੋ ਚੱਲਦੇ ਜੀ ਫਿਫਥ ਕੁਐਸਚਨ 'ਤੇ। ਮੈਗੀਨੋਟ ਲਾਈਨ ਇਜ਼ ਏ ਬਾਊਂਡਰੀ ਬਿਟਵੀਨ? ਤਾਂ ਕੁਐਸਚਨ ਕਾਫੀ ਇੰਪੋਰਟੈਂਟ ਹੈ, ਆਪਾਂ ਨੂੰ ਬਾਊਂਡਰੀਜ਼ ਤੋਂ ਕੁਐਸਚਨ ਇੱਕ ਜ਼ਰੂਰ ਆਉਂਦਾ। ਤਾਂ ਮੈਗੀਨੋਟ ਲਾਈਨ ਦੱਸਣੀ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਹੈ? ਤਾਂ ਇਹਦਾ ਕਰੈਕਟ ਆਨਸਰ ਹੈ ਜੀ ਫਸਟ ਆਪਸ਼ਨ, ਫਰਾਂਸ ਐਂਡ ਜਰਮਨੀ। ਫਰਾਂਸ ਅਤੇ ਜਰਮਨੀ ਦੇ ਵਿੱਚ ਜਿਹੜੀ ਲਾਈਨ ਹੈ ਉਹਨੂੰ ਬੋਲਿਆ ਜਾਂਦਾ ਮੈਗੀਨੋਟ ਲਾਈਨ। ਵੈਰੀ ਇੰਪੋਰਟੈਂਟ। ਫਰਾਂਸ ਦੀ ਕੈਪੀਟਲ ਕੀ ਹੈ? ਫਰਾਂਸ ਦੀ ਕੈਪੀਟਲ ਹੈ ਪੈਰਿਸ। ਜਰਮਨੀ ਦੀ ਕੈਪੀਟਲ ਹੈ ਬਰਲਿਨ। ਫਰਾਂਸ ਦੀ ਕੈਪੀਟਲ ਪੈਰਿਸ, ਜਰਮਨੀ ਦੀ ਕੈਪੀਟਲ ਹੈ ਬਰਲਿਨ। ਇੰਡੀਆ ਦੀ ਕੈਪੀਟਲ ਹੈ ਨਿਊ ਦਿੱਲੀ, ਚਾਈਨਾ ਦੀ ਕੈਪੀਟਲ ਹੈ ਬੀਜਿੰਗ। ਇੰਡੀਆ ਦੀ ਕੈਪੀਟਲ ਨਿਊ ਦਿੱਲੀ, ਮਿਆਂਮਾਰ ਦੀ ਕੈਪੀਟਲ ਹੈ ਨੇਪੀਤਾ। ਨੇਪੀਤਾ, ਵੈਰੀ ਇੰਪੋਰਟੈਂਟ। ਮਿਆਂਮਾਰ ਦੀ ਕੈਪੀਟਲ ਹੈ ਨੇਪੀਤਾ। ਇੰਡੀਆ ਦੀ ਕੈਪੀਟਲ ਦੈਨ ਅਗੇਨ ਨਿਊ ਦਿੱਲੀ एंड अफ़गानिस्तान की कैपिटल है काबुल। काबुल है अफ़गानिस्तान की कैपिटल काबुल है। तो याद रखना है जी, काफ़ी इंपॉर्टेंट क्वेश्चन है। मैगीनोट लाइन फ्रांस एंड जर्मनी। उस तो इलावा इंडिया तो चाइना के विच जिहड़ी लाइन है इहदा नाम है जी मैकमोहन लाइन। वेरी इंपॉर्टेंट, मैकमोहन लाइन। इंडिया तो चाइना के विच है मैकमोहन लाइन। क्वेश्चन अपन को यह आऊगा जी म्यांमार का पुराना नाम की सी? म्यांमार का ओल्ड नेम की सी? तो म्यांमार का पुराना नाम है जी बर्मा। ये भी अपन क्वेश्चन पूछे जाऊगा, बर्मा। चलो चलते हैं नेक्स्ट क्वेश्चन पे। अपना सिक्स क्वेश्चन है, विच कंट्री इज़ कॉल्ड लैंड ऑफ राइजिंग सन? किहड़ी कंट्री नूं लैंड ऑफ राइजिंग सन बोलिया जाता है? छोटिया छोटिया अखां उन्हां दियां, है ना। तो काफ़ी इंपॉर्टेंट है ये जापान। जापानी देखिए ना अखां, तो जो लैंड ऑफ राइजिंग सन सूरज उगदा अपनी अखां किवें जी छोटियां हो जांदियां, उवें जापानी दी हो जांदियां। लैंड ऑफ राइजिंग सन की है? जापान। तो जापान की कैपीटल की है जी टोक्यो। टोक्यो, टोक्यो। तो टोक्यो तो क्वेश्चन होर आऊगा भी टोक्यो किहड़ी नदी के किनारे है? ये है जी अराकावा रिवर।
ਅਰਾਕਾਵਾ। ਕਊਆ ਦੇਖਿਆ ਨਾ, ਕਊਆ ਕੀ ਕਰਦਾ, ਟੋਕਦਾ, ਕਾਂ ਕਾਂ ਕਰਕੇ ਟੋਕਦਾ। ਤਾਂ ਅਰਾਕਾਵਾ ਨਦੀ ਦੇ ਕਿਨਾਰੇ ਹੈ ਟੋਕਿਓ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਬਿਕੋਜ਼ ਆਪਾਂ ਨੂੰ ਕੁਐਸਚਨ ਜ਼ਰੂਰ ਆਊਗਾ। ਆਪਾਂ ਨੂੰ ਕਿਸੇ ਦੀ ਕੈਪੀਟਲ ਸਿਟੀ ਪੁੱਛ ਲੈਣਗੇ ਤਾਂ ਕੈਪੀਟਲ ਸਿਟੀ ਕਿਹੜੀ ਨਦੀ ਦੇ ਕਿਨਾਰੇ ਹੈ। ਜਿਵੇਂ ਆਪਾਂ ਹੁਣੇ ਦਿੱਲੀ ਦੱਸ ਕੇ ਹਟੇ ਹਾਂ, ਦਿੱਲੀ ਯਮੁਨਾ ਦੇ ਕਿਨਾਰੇ, ਉਵੇਂ ਟੋਕਿਓ ਵੀ ਤਾਂ ਦੇਖੋ ਕੈਪੀਟਲ ਹੈ ਨਾ ਜਾਪਾਨ ਦੀ, ਤਾਂ ਇੰਪੋਰਟੈਂਟ ਹੈ। ਅਰਾਕਾਵਾ ਨਦੀ ਦੇ ਕਿਨਾਰੇ ਹੈ। ਚਾਈਨਾ ਦੀ ਕੈਪੀਟਲ ਹੈ ਬੀਜਿੰਗ। ਕੋਰੀਆ, ਕੋਰੀਆ ਦਾ ਕੀ ਕੁਐਸਚਨ ਆਊਗਾ, ਕੋਰੀਆ ਦਾ ਕੁਐਸਚਨ ਆਊਗਾ ਕੋਰੀਆ ਇਜ਼ ਨੋਨ ਐਜ਼ ਲੈਂਡ ਆਫ ਮੋਰਨਿੰਗ ਕਾਮ। ਕਹਿੰਦੇ ਜੀ ਇੱਥੇ ਮੋਰਨਿੰਗ ਬਹੁਤ ਹੀ ਜ਼ਿਆਦਾ ਕਾਮ ਹੁੰਦੀ ਹੈ, ਪੀਸਫੁਲ ਹੁੰਦੀ ਹੈ, ਸ਼ਾਂਤੀਮਈ ਹੁੰਦੀ ਹੈ। ਤਾਂ ਲੈਂਡ ਆਫ ਮੋਰਨਿੰਗ ਕਾਮ ਕਿਹਨੂੰ ਬੋਲਿਆ ਜਾਂਦਾ ਹੈ, ਕੋਰੀਆ। ਕੋਰੀਆ ਦੀ ਕੈਪੀਟਲ, ਕੋਰੀਆ ਵੈਸੇ ਦੋ ਪਾਰਟਸ ਵਿੱਚ ਡਿਵਾਈਡਡ ਹੈ, ਇੱਕ ਹੈ ਨਾਰਥ ਕੋਰੀਆ ਅਤੇ ਦੂਸਰਾ ਹੈ ਸਾਊਥ ਕੋਰੀਆ। ਨਾਰਥ ਕੋਰੀਆ ਦੀ ਕੈਪੀਟਲ ਹੈ ਪਿਓਂਗਯੈਂਗ, ਪਿਓਂਗਯੈਂਗ। ਅਤੇ ਸਾਊਥ ਕੋਰੀਆ ਦੀ ਕੈਪੀਟਲ ਹੈ ਸਿਓਲ, ਸਿਓਲ ਵੈਰੀ ਮੋਟਾ। ਇਸ ਤੋਂ ਤਾਂ ਐਸੇ ਯਾਦ ਹੋ ਜਾਊਗਾ, ਸਾਊਥ ਕੋਰੀਆ ਸਿਓਲ, ਨਾਰਥ ਕੋਰੀਆ ਦੀ ਪਿਓਂਗਯੈਂਗ। ਅਤੇ ਨਾਰਥ ਕੋਰੀਆ ਅਤੇ ਸਾਊਥ ਕੋਰੀਆ, ਨਾਰਥ ਕੋਰੀਆ ਐਂਡ ਸਾਊਥ ਕੋਰੀਆ, ਇਹਦੇ ਵਿਚਕਾਰ ਬਾਊਂਡਰੀ ਲਾਈਨ ਦਾ ਨਾਮ ਕੀ ਹੈ ਜੀ, 38th ਪੈਰਲਲ ਲਾਈਨ, ਵੈਰੀ ਇੰਪੋਰਟੈਂਟ, 38th ਪੈਰਲਰ ਲਾਈਨ। ਉਸ ਤੋਂ ਬਾਅਦ ਵੀਅਤਨਾਮ, ਵੀਅਤਨਾਮ ਦੀ ਕੈਪੀਟਲ ਹੈ ਜੀ ਹਨੋਈ। ਵੀਅਤਨਾਮ ਦੀ ਕੈਪੀਟਲ ਕੀ ਹੈ, ਹਨੋਈ। ਵੀ 'ਤੇ ਕੋਈ ਨਾਮ ਦੱਸੋ, ਆਪਾਂ ਕੀ ਕਿਹਾ ਜੀ, ਹੈਨਈ, ਹੈਨੋਈ। ਵੀਅਤਨਾਮ ਦੀ ਕੈਪੀਟਲ ਹੈ ਹਨੋਈ। ਚਲਦੇ ਜੀ 7th ਕੁਐਸਚਨ ਦੇ ਵਿੱਚ, ਵਨ ਆਫ ਦਾ ਫੋਲੋਇੰਗ ਸਟੇਟ ਪ੍ਰੋਡਿਊਸਿਸ ਦ ਲਾਰਜੈਸਟ ਅਮਾਊਂਟ ਆਫ ਸਪਾਈਸਿਸ। ਸਪਾਈਸਿਸ ਮਤਲਬ ਨਮਕ, ਵੈਸੇ ਵੀ ਕਾफ़ी ज़्यादा स्पाइसिस है इंडिया 'ਚ ना, काफ़ी ज़्यादा मसाला है ना, समझ रहे होंगे। तो लैंड ऑफ स्पाइसिस या फिर लार्जेस्ट अमाउंट ऑफ स्पाइसिस या स्पाइस गार्डन ऑफ इंडिया किनू बोलिया जाता है, हुणे आपां पिछे कवर कर रखा सी केरल नूं। ते केरल की कैपिटल की है जी थिरुवनंतपुरम, केरल की कैपिटल है थिरुवनंतपुरम। जम्मू एंड कश्मीर की कैपिटल है, जम्मू एंड कश्मीर की कैपिटल है जम्मू, विंटर कैपिटल है। तो श्रीनगर समर कैपिटल है। करनाटक की कैपिटल है बेंगलुरु, करनाटक की कैपिटल है बेंगलुरु। तो नॉर्थ ईस्टर्न स्टेट अपने को पई है, नॉर्थ ईस्टर्न स्टेट केड़ी है, असम। आज शाम डिश पर कौन सी मूवी आ रही है, इनू क्या बोलेंगे, आज शाम डिश टीवी पर कौन सी मूवी आ रही है। आज शाम मतलब आसाम, डिश पर मतलब दिसपुर। तो असम की कैपिटल है दिसपुर, वेरी इंपॉर्टेंट। 8th क्वेश्चन अपना, द यारलुंग जैंगपो रिवर इन इंडिया इज़ नोन एज। इनू यारलुंग जैंगपो भी बोल देंगे, इनू सैंगपो भी बोल देंगे है ना, दो तीन ये नाम है। तो यारलुंग जैंगपो रिवर नू इंडिया दे विच की बोलिया जाता है, इसका आंसर है जी सी ऑप्शन ब्रह्मपुत्रा। देखो यारलुंग जैंगपो रिवर कितों निकलती है, तिब्बत चों निकलती है। हुण ये नदी देखो पता समझ है, तिब्बत तो ये नदी निकली, मान लो इत्थों तिब्बत दे विचों ट्रैवल करके इंडिया दे विच एंटर करती है अरुणाचल प्रदेश तो। अरुणाचल प्रदेश, ब्रह्मपुत्रा की गल कर रहे हैं आप। अरुणाचल प्रदेश तो बाद चली जाती है असम दे विच, ते असम तो बाद चली जाती है बांग्लादेश, बांग्लादेश तो बाद फाइनली कित्थे गिर जाती है बे ऑफ बंगाल दे विच, बंगाल के खाड़े। तो हुण तिब्बत दे विच इनू की बोलिया जाता है, सैंगपो बोलिया जाता है, सैंगपो या फिर यारलुंग जैंगपो बोलिया जाता, वेरी इंपोर्टेंट। उस तो इलावा गंगा तो मैं तुहानूं दस ही दिता सी, इंडिया पवित्र नदी, तो इंडिया सब तो लॉन्गेस्ट नदी। इंडस नदी तो क्वेश्चन क्या होगा, ट्रांस हिमालय से निकलती। इंडस का दूसरा नाम की है जी सिंधु, सिंधु घाटी सभ्यता, इंडस वैली सिविलाइजेशन। तो क्वेश्चन ये भी आता है। महानदी बहुत ही ज़्यादा महान नदी है, क्यों महान नदी है, बिकॉज इंडिया ते इसका सब तो लॉन्गेस्ट डैम बने, इंडिया का इसका सब तो लॉन्गेस्ट डैम बने, लॉन्गेस्ट मतलब लंबा। तो इंडिया का सब तो लॉन्गेस्ट डैम जिसका नाम की है जी, जिसका नाम है हीराकुड डैम, हीराकुड डैम। तो हीरा वैसे ही बहुत महान है ना, हीरा, तो हीरा एक महान नदी च मिलूगा, महान नदी के विच मिलता आपां हीरा। हीराकुड डैम इंडिया का सब तो लॉन्गेस्ट डैम है। तो महानदी की आप लेंथ भी याद रखनी है, 858 किलोमीटर, 858 किलोमीटर की लेंथ है। चलो चलता है जी 9th क्वेश्चन ते, सैंडस्टोन इज़ मैटामोरफाइज्ड टू। सैंडस्टोन भी एक पत्थर है, कहते वो पत्थर मैटामोरफाइज हो के किहड़ा पत्थर बन जाता है। तो मैटामोरफाइज का मतलब अपन ये पता होना चाहिए, जिहड़े पत्थर धरती के नीचे टैंपरेचर के वधन नाल या फिर प्रैशर के वधन नाल उन्हां दी प्रॉपर्टीज़ चेंज हो जाती।
ਤਾਂ ਉਹਨੂੰ ਆਪਾਂ ਬੋਲਦੇ ਹਾਂ ਮੈਟਾਮੋਰਫਿਕ ਐਕਸ਼ਨ। ਤਾਂ ਸਿੰਪਲੀ ਤੁਸੀਂ ਇਹ ਸਮਝਣਾ ਹੈ ਵਟ ਇਜ਼ ਮੈਟਾਮੋਰਫਿਕ ਐਕਸ਼ਨ। ਤੁਸੀਂ ਇਹ ਕਹਿਣਾ ਹੈ ਜਦੋਂ ਟੈਂਪਰੇਚਰ ਅਤੇ ਪ੍ਰੈਸ਼ਰ ਵੱਧ ਜਾਂਦਾ ਉਦੋਂ ਇੱਕ ਰੌਕ ਦੀ ਪ੍ਰੋਪਰਟੀਜ਼ ਚੇਂਜ ਹੋ ਕੇ ਇੱਕ ਨਵੀਂ ਟਾਈਪ ਦੀ ਰੌਕ ਬਣ ਜਾਂਦੀ ਹੈ। ਤਾਂ ਸੈਂਡਸਟੋਨ ਇੱਕ ਰੌਕ ਹੈ ਜਦੋਂ ਉਹਦੇ ਉੱਤੇ ਮੈਟਾਮੋਰਫਿਕ ਐਕਸ਼ਨ ਹੁੰਦਾ, ਯਾਨੀ ਕਿ ਜਦੋਂ ਸੈਂਡਸਟੋਨ ਕਾਫੀ ਬਹੁਤ ਦੇਰ ਲਈ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਵਿੱਚ ਰਹਿੰਦੀ ਹੈ ਤਾਂ ਉਹ ਕਿਹਦੇ ਵਿੱਚ ਚੇਂਜ ਹੋ ਜਾਂਦੀ ਹੈ, ਉਹ ਕੁਆਰਟਜ਼ਾਈਟ ਦੇ ਵਿੱਚ ਚੇਂਜ ਹੋ ਜਾਂਦੀ ਹੈ। ਤਾਂ ਸੀ ਆਪਸ਼ਨ ਇਜ਼ ਦਾ ਕਰੈਕਟ ਆਨਸਰ। ਵੈਰੀ ਇੰਪੋਰਟੈਂਟ ਕੁਐਸਚਨ, ਜਿਓਗ੍ਰਾਫੀ ਦਾ ਕੁਐਸਚਨ ਹੈ। ਸੈਂਡਸਟੋਨ ਕਿਹਦੇ ਵਿੱਚ ਚੇਂਜ ਹੋ ਜਾਂਦੀ ਹੈ, ਕੁਆਰਟਜ਼ਾਈਟ। ਹੁਣ ਆਪਾਂ ਘਰਾਂ ਦੇ ਵਿੱਚ ਮਾਰਬਲ ਵੀ ਯੂਜ਼ ਕਰਦੇ ਹਾਂ। ਦੇਖੋ ਆਪੇ ਮਾਰਬਲ, ਹੁਣ ਮਾਰਬਲ ਕਿਸ ਤੋਂ ਬਣਦਾ ਹੈ? ਮਾਰਬਲ ਬਣਦਾ ਜੀ ਲਾਈਮਸਟੋਨ ਤੋਂ, ਚੂਨਾ ਪੱਥਰ। ਹੁਣ ਮਾਰਬਲ ਦੇ ਉੱਤੇ ਜਦੋਂ ਮੈਟਾਮੋਰਫਿਕ ਐਕਸ਼ਨ ਹੁੰਦਾ ਯਾਨੀ ਕਿ ਟੈਂਪਰੇਚਰ ਅਤੇ ਪ੍ਰੈਸ਼ਰ ਦਾ ਇਫੈਕਟ ਆਉਂਦਾ ਤਾਂ ਲਾਈਮਸਟੋਨ ਕਿਹਦੇ ਵਿੱਚ ਚੇਂਜ ਹੋ ਜਾਂਦਾ, ਮਾਰਬਲ ਦੇ ਵਿੱਚ। ਲਾਈਮਸਟੋਨ ਦੀ ਮੇਨ ਕੰਪੋਜੀਸ਼ਨ ਕੀ ਹੈ? ਕੈਲਸ਼ੀਅਮ ਕਾਰਬੋਨੇਟ ਯਾਨੀ ਕਿ CaCO3। ਉਵੇਂ ਆਪਾਂ ਇਹ ਵੀ ਯਾਦ ਰੱਖ ਸਕਦੇ ਹਾਂ ਸ਼ੇਲ ਹੈ ਜਿਹੜੀ ਕਿਹਦੇ ਵਿੱਚ ਚੇਂਜ ਹੋ ਜਾਂਦੀ ਹੈ, ਸਲੇਟ ਦੇ ਵਿੱਚ। ਸ਼ੇਲ ਦੇ ਉੱਤੇ ਜਦੋਂ ਮੈਟਾਮੋਰਫਿਕ ਐਕਸ਼ਨ ਹੁੰਦਾ ਉਹ ਕਿਹਦੇ ਵਿੱਚ ਚੇਂਜ ਹੋ ਜਾਂਦੀ ਹੈ, ਸਲੇਟ। ਚੱਲਦਾ 10th ਕੁਐਸਚਨ ਤੇ। ਅਮੰਗ ਦਾ ਫੋਲੋਇੰਗ ਸਟੇਟਸ ਵਿਚ ਵਨ ਹੈਜ਼ ਅਡੋਪਟਡ ਦਾ ਨੀਮ ਟਰੀ ਐਜ਼ ਦਾ ਸਟੇਟ ਟਰੀ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਨੇ ਨੀਮ ਦਾ ਜਿਹੜਾ ਪੇੜ ਹੈ ਉਹਨੂੰ ਸਟੇਟ ਟਰੀ ਘੋਸ਼ਿਤ ਕੀਤਾ ਹੋਇਆ ਹੈ? ਤਾਂ ਇਹਦਾ ਆਨਸਰ ਹੈ ਜੀ 4th ਆਪਸ਼ਨ ਆਂਧਰ ਪ੍ਰਦੇਸ਼। ਇੰਡੀਆ ਦੀ ਕਾਫੀ ਜ਼ਿਆਦਾ ਇੰਪੋਰਟੈਂਟ ਸਟੇਟ ਹੈ ਆਂਧਰ ਪ੍ਰਦੇਸ਼। ਤਾਂ ਆਂਧਰ ਪ੍ਰਦੇਸ਼ ਦਾ ਜਿਹੜਾ ਸਟੇਟ ਟਰੀ ਹੈ ਉਹ ਕਿਹੜਾ ਜੀ, ਨੀਮ। ਕਾਫੀ ਜ਼ਿਆਦਾ ਇਹਦੇ ਮੈਡੀਸਿਨਲ ਪਰਪਸ ਵੀ ਹੈ, ਕਾਫੀ ਜ਼ਿਆਦਾ ਯੂਜ਼ ਹੈ ਨੀਮ ਦੇ। ਤਾਂ ਇਹਨਾਂ ਨੇ ਆਪਾਂ ਨੂੰ ਇਹ ਕੀ ਘੋਸ਼ਿਤ ਕੀਤਾ ਪਿਆ, ਆਪਣਾ ਸਟੇਟ ਟਰੀ। ਹੁਣ ਆਂਧਰ ਪ੍ਰਦੇਸ਼ 'ਤੇ ਆਪਾਂ ਨੂੰ ਕੁਐਸਚਨ ਹੋਰ ਆਊਗਾ ਜੀ। ਆਂਧਰ ਪ੍ਰਦੇਸ਼ ਇਜ਼ ਆਲਸੋ ਨੋਨ ਐਜ਼ ਰਾਈਸ ਬਾਊਲ ਆਫ ਇੰਡੀਆ। ਵੈਰੀ ਇੰਪੋਰਟੈਂਟ। ਆਂਧਰ ਪ੍ਰਦੇਸ਼ ਨੂੰ ਹੋਰ ਕੀ ਬੋਲਦੇ, ਰਾਈਸ ਬਾਊਲ ਆਫ ਇੰਡੀਆ। ਦੇਖੋ ਜੋ ਕੁਐਸਚਨਸ ਆਪਾਂ ਪੜ੍ਹ ਰਹੇ ਹਾਂ ਪੰਜਾਬ ਪਟਵਾਰੀ ਦੇ ਨਾਲ ਨਾਲ ਤੁਹਾਡੇ ਹੁਣ ਪੰਚਾਇਤੀ ਰਾਜ 'ਚ ਜਿਵੇਂ JEE ਦੀ ਪੋਸਟ ਹੈ ਉਹਦੇ ਲਈ ਵੀ ਰੈਲੇਵੈਂਟ ਹੈ। ਮਾਸਟਰ ਕੈਡਰ PTET ਹੋ ਗਿਆ ਹੈ ਨਾ, ਇਹ ਵੇਰੀਅਸ ਪੰਜਾਬ ਐਗਜ਼ਾਮ ਲਈ ਸਾਰੇ ਲਈ ਇੰਪੋਰਟੈਂਟ ਹੈ ਕੁਐਸਚਨ। ਤੁਸੀਂ ਜ਼ਰੂਰ ਦੇਖ ਲੈਣੇ ਆ, ਬਹੁਤ ਹੀ ਅੱਛਾ ਕੰਟੈਂਟ ਮੈਂ ਤੁਹਾਨੂੰ ਦੇ ਰਿਹਾ, ਜ਼ਰੂਰ ਯਾਦ ਰੱਖਣਾ। ਤਾਂ ਆਂਧਰ ਪ੍ਰਦੇਸ਼ ਨੂੰ ਰਾਈਸ ਬਾਊਲ ਆਫ ਇੰਡੀਆ ਵੀ ਬੋਲਿਆ ਜਾਂਦਾ। ਅੱਛਾ ਜੇ ਕੁਐਸਚਨ ਆ ਜਾਏ ਰਾਈਸ ਬਾਊਲ ਆਫ ਵਰਲਡ ਕਿਹਨੂੰ ਬੋਲਿਆ ਜਾਂਦਾ? ਪਿੱਛੇ ਆਪਾਂ ਇੱਕ ਕੰਟਰੀ ਦਾ ਨਾਮ ਪੜ੍ਹ ਕੇ ਆਏ ਸੀ, ਉਹਦਾ ਨਾਮ ਹੈ ਵੀਅਤਨਾਮ। ਵੀਅਤਨਾਮ ਹੈਗਾ ਜੀ? ਵੀਅਤਨਾਮ ਹੈ ਨਹੀਂ ਜੀ। ਵੀਅਤਨਾਮ ਦੀ ਕੈਪੀਟਲ ਕੀ ਸੀ? ਹੈਨੋਈ। ਤਾਂ ਰਾਈਸ ਬਾਊਲ ਆਫ ਇੰਡੀਆ ਆਂਧਰ ਪ੍ਰਦੇਸ਼, ਰਾਈਸ ਬਾਊਲ ਆਫ ਵਰਲਡ ਵੀਅਤਨਾਮ। ਕੇਰਲ ਨੂੰ ਕੀ ਬੋਲ ਕੇ ਆਏ ਆਪਾਂ ਪਿੱਛੇ? ਕੇਰਲ ਨੂੰ ਬੋਲ ਕੇ ਆਏ ਜੀ ਸਪਾਈਸ ਗਾਰਡਨ ਆਫ ਇੰਡੀਆ। ਕੇਰਲ ਦੀ ਕੈਪੀਟਲ ਕੀ ਹੈ ਜੀ? ਥਿਰੂਵਨੰਤਪੁਰਮ। ਹਾਂਜੀ ਆਂਧਰ ਪ੍ਰਦੇਸ਼ ਦੀ ਕੀ ਕੈਪੀਟਲ ਹੈ? ਵੈਰੀ ਇੰਪੋਰਟੈਂਟ। ਆਂਧਰ ਪ੍ਰਦੇਸ਼ ਦੀ ਕੈਪੀਟਲ ਹੈ ਅਮਰਾਵਤੀ। ਅਮਰਾਵਤੀ ਆਂਧਰ ਪ੍ਰਦੇਸ਼ ਦੀ ਕੈਪੀਟਲ ਹੈ ਅਮਰਾਵਤੀ। ਤਮਿਲਨਾਡੂ ਦੀ ਕੀ ਕੈਪੀਟਲ ਹੈ? ਚੇਨਈ। ਤਮਿਲਨਾਡੂ ਸਰੋਜਨੀ ਨਾਇਡੂ। ਤਮਿਲਨਾਡੂ ਸਰੋਜਨੀ ਨਾਇਡੂ। ਸਰੋਜਨੀ ਨਾਇਡੂ ਨੂੰ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਚੈਨ ਆਇਆ, ਚੇਨਈ। ਤਮਿਲਨਾਡੂ ਦੀ ਕੈਪੀਟਲ ਹੈ ਚੇਨਈ। ਮਹਾਰਾਸ਼ਟਰ ਦੀ ਈਜ਼ੀ ਹੈ ਜੀ ਕੈਪੀਟਲ। ਮਹਾਰਾਸ਼ਟਰ ਦੀ ਕੈਪੀਟਲ ਹੈ ਮੁੰਬਈ। ਆਮਚੀ ਮੁੰਬਈ। ਤਾਂ ਇਹ ਸੀ ਜੀ ਆਪਣੇ ਅੱਜ ਦੇ ਇੰਪੋਰਟੈਂਟ ਕੁਐਸਚਨਸ। ਆਈ ਹੋਪ ਤੁਸੀਂ ਇਹਨਾਂ ਕੁਐਸਚਨਸ ਨੂੰ ਯਾਦ ਕਰ ਰਹੇ ਹੋਗੇ ਅਤੇ ਤੁਸੀਂ ਆਪਣੇ ਆਪ ਨੂੰ ਇੱਕ ਅੱਛੀ ਸਟੱਡੀ ਵੱਲ ਲੈ ਕੇ ਜਾ ਰਹੇ ਹੋ, ਅੱਛਾ ਟਾਈਮ ਦੇ ਰਹੇ ਹੋ ਆਪਣੀ ਸਟੱਡੀ ਨੂੰ ਅਤੇ ਆਉਣ ਵਾਲੇ ਪੰਜਾਬ ਐਗਜ਼ਾਮਸ ਲਈ ਅੱਛਾ ਪ੍ਰੀਪੇਅਰ ਕਰ ਰਹੇ ਹੋ। ਓਕੇ ਸਟੂਡੈਂਟਸ, ਅੱਜ ਲਈ ਨਹੀਂ ਚੱਲਦੇ ਜੀ ਫਿਰ ਆਪਣੇ ਨੈਕਸਟ ਸੈਸ਼ਨ ਲਈ ਆਪਾਂ ਕਰਾਂਗੇ ਕੱਲ੍ਹ। ਬੈਸਟ ਆਫ ਲੱਕ।